मैं भारत ਨੂੰ ਵਧਾਈ ਦਿੰਦਾ ਹਾਂ ਅਤੇ ਇਹ ਵੀ ਕਹਿੰਦਾ ਕਿ ਭਾਰਤ ਨੇ ਸਾਲ 2016 ਤੋਂ ਲੈ ਕੇ 2021 ਦੇ ਵਿਚਾਲੇ ਸਾਡੇ ਤੋਂ ਮਦਦ ਦੇ ਤੌਰ ਤੇ ਜੋ 2.3 ਬਿਲੀਅਨ ਪਾਉਂਡ ਲਏ ਸੀ ਉਹ ਵਾਪਸ ਕਰ ਦੇਵੇ। ਜੇਕਰ ਤੁਸੀਂ ਚੰਨ ਤੇ ਰਾਕਟ ਭੇਜ ਸਕਦੇ ਹੋ ਤਾਂ ਸਾਡੇ ਕੋਲ ਮਦਦ ਦੇ ਲਈ ਹੱਥ ਅੱਡ ਕੇ ਆਉਣ ਦੀ ਲੋੜ ਨਹੀਂ ਹੈ। ਜਦੋਂ ਪੂਰੀ ਦੁਨੀਆ ਭਾਰਤ ਦੇ ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ ਤੇ ਗੱਲ ਕਰ ਰਹੀ ਸੀ ਅਤੇ ਦੁਨੀਆ ਭਰ ਵਿੱਚ ਫੈਲੇ ਭਾਰਤੀ ਜਸ਼ਨ ਵਿੱਚ ਡੁੱਬੇ ਹੋਏ ਸੀ ਤਾਂ ਬ੍ਰਿਟੇਨ ਦੇ ਇੱਕ ਟੀਵੀ ਚੈਨਲ ਦੇ ਇਸ ਐਂਕਰ ਦੀ ਗੱਲ ਚਰਚਾ ਦਾ ਵਿਸ਼ਾ ਬਣ ਗਈ। 2.3 ਬਿਲੀਅਨ ਪਾਉਂਡ ਦੀ ਇਹ ਗੱਲ, ਇਹ ਐਂਕਰ ਕਿੰਨਾ ਸਹੀ ਕਹਿ ਰਿਹਾ ਹੈ ਉਹ ਭਾਰਤ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਜਾਣੇ। ਪਰ ਇਸ ਖਬਰ ਨਵੀਸ ਦੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਬੱਖੀਆਂ ਉਧੇੜ ਦਿੱਤੀਆਂ। ਇਸ ਨੂੰ ਅਤੇ ਇਸ ਦੇ ਦੇਸ਼ ਨੂੰ ਸੋਸ਼ਲ ਮੀਡੀਆ ਤੇ ਕੀ ਕੁਝ ਨਹੀਂ ਕਿਹਾ ਗਿਆ। ਕਈ ਗੱਲਾਂ ਅਸੀਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦੇ ਕਿਉਂਕਿ ਉਸ ਵਿੱਚ ਮਰਿਆਦਿਤ ਭਾਸ਼ਾ ਦੀ ਵਰਤੋਂ ਨਹੀਂ ਹੋਈ ਹੈ। ਕਈ ਲੋਕਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਤੁਸੀਂ ਸਾਡੇ ਦੇਸ਼ ਤੋਂ ਲੁੱਟਿਆ ਹੋਇਆ ਬੇਹਿਸਾਬ ਪੈਸਾ ਵਾਪਸ ਕਰ ਦਿਓ। ਕਈਆਂ ਨੇ ਤਾਂ ਕੋਹਿਨੂਰ ਹੀਰੇ ਦੀ ਵੀ ਯਾਦ ਦਿਵਾ ਦਿੱਤੀ ਅਤੇ ਕਿਹਾ ਕਿ ਜਨਾਬ ਇਸ ਦੇ ਹਿਸਾਬ ਕਿਤਾਬ ਬਾਰੇ ਤੁਹਾਡਾ ਕੀ ਖਿਆਲ ਹੈ। ਖੈਰ, ਇਹ ਤਾਂ ਗੱਲ ਰਹੀ ਟੀਵੀ ਐਂਕਰ ਦੀ ਟਿੱਪਣੀ ਅਤੇ ਲੋਕਾਂ ਦੀ ਨਾਰਾਜ਼ਗੀ ਦੀ। ਹੁਣ ਗੱਲ ਇਹ ਵੀ ਸੋਚਣ ਵਾਲੀ ਕਿ ਆਖਿਰ ਇਸ ਐਂਕਰ ਨੇ ਪੈਸੇ ਵਾਪਸ ਤਾਂ ਮੰਗ ਲਏ। ਜ਼ਰਾ ਅਸੀਂ ਵੀ ਸੋਚੀਏ ਕਿ 1947 ਤੋਂ ਪਹਿਲਾਂ ਹਿੰਦੁਸਤਾਨ ਤੋਂ ਬਰਤਾਨੀਆ ਕਿੰਨਾ ਪੈਸਾ ਲੈ ਗਿਆ। ਵੈਸੇ ਹਿਸਾਬ ਕਿਤਾਬ ਕਰਨ ਬੈਠੀਏ ਤਾਂ ਸ਼ਾਇਦ ਇੱਕ ਕਿਤਾਬ ਲਿਖਣੀ ਪੈ ਜਾਏ ਜਾਂ ਇੱਕ ਲੰਬਾ ਸਮਾਂ ਲੱਗ ਜਾਏਗਾ ਨਤੀਜੇ ਤੇ ਪਹੁੰਚਣ ਦੇ ਲਈ। ਇੱਥੇ ਅਸੀਂ ਗੱਲ ਥੋੜੇ ਸ਼ਬਦਾਂ ਵਿੱਚ ਕਰਾਂਗੇ ਅਤੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹਿੰਦੁਸਤਾਨ ਨੂੰ ਬ੍ਰਿਟੇਨ ਤੋਂ ਕੀ ਨਫਾ ਹੋਇਆ, ਕੀ ਨੁਕਸਾਨ ਹੋਇਆ। ਗੱਲ 17ਵੀਂ ਸਦੀ ਦੀ ਹੈ ਜਦੋਂ ਮੁਗਲ ਹਕੂਮਤ ਦੇ ਸਮੇਂ ਬ੍ਰਿਟੇਨ ਦੀ ਇੱਕ ਕੰਪਨੀ ਨੂੰ ਮੌਜੂਦਾ ਗੁਜਰਾਤ ਦੇ ਸੂਰਤ ਵਿੱਚ ਕਾਰੋਬਾਰ ਕਰਨ ਦੀ ਇਜਾਜ਼ਤ ਮਿਲ ਗਈ। ਬਾਅਦ ਵਿੱਚ ਇਸ ਕੰਪਨੀ ਦਾ ਨਾਮ ਈਸਟ ਇੰਡੀਆ ਕੰਪਨੀ ਹੋ ਗਿਆ। ਹੌਲੀ-ਹੌਲੀ ਇਸ ਕੰਪਨੀ ਨੇ ਆਪਣਾ ਦਾਇਰਾ ਵਧਾਉਣਾ ਸ਼ੁਰੂ ਕੀਤਾ। ਸਥਾਨਕ ਲੋਕਾਂ ਨੂੰ ਆਪਣੀਆਂ ਫੈਕਟਰੀਆਂ ਦੇ ਲਈ ਸਿਪਾਹੀ ਦੇ ਤੌਰ ਤੇ ਭਰਤੀ ਕਰਨਾ ਸ਼ੁਰੂ ਕੀਤਾ। ਸਮਾਂ ਗੁਜ਼ਰਦਾ ਗਿਆ ਅਤੇ ਕੰਪਨੀ ਰਿਆਸਤਾਂ ਦੇ ਮੁੱਦਿਆਂ ਵਿੱਚ ਵੀ ਦਖਲ ਦੇਣ ਲੱਗੀ। ਜਿਸ ਨੂੰ ਲੋੜ ਹੁੰਦੀ ਹਥਿਆਰ ਦੇ ਤੌਰ ਤੇ ਤੋਪਾਂ ਦਿੱਤੀਆਂ ਜਾਂਦੀਆਂ, ਪੈਸਿਆਂ ਨਾਲ ਮਦਦ ਕੀਤੀ ਜਾਂਦੀ। ਸਭ ਤੋਂ ਅਹਿਮ ਮੋੜ ਆਇਆ 1757 ਦੀ ਪਲਾਸੀ ਦੀ ਲੜਾਈ ਵਿੱਚ, ਜਦੋਂ ਈਸਟ ਇੰਡੀਆ ਕੰਪਨੀ ਦੇ ਨੁਮਾਇੰਦੇ ਰਾਬਰਟ ਕਲਾਈਵ ਦੇ ਮੁੱਠੀ ਭਰ ਸੈਨਿਕਾਂ ਨੇ ਬੰਗਾਲ ਦੇ ਨਵਾਬ ਸਿਰਾਜੂਦੌਲਾ ਦੀ 50,000 ਫੌਜ ਨੂੰ ਹਰਾ ਦਿੱਤਾ। ਸਮਾਂ ਗੁਜ਼ਰਦਾ ਗਿਆ, ਮੁਗਲ ਸਾਮਰਾਜ ਦੀ ਹਾਲਤ ਖਰਾਬ ਹੁੰਦੀ ਗਈ। ਦੂਜੇ ਪਾਸੇ ਈਸਟ ਇੰਡੀਆ ਕੰਪਨੀ ਹੋਰ ਮਜ਼ਬੂਤ ਹੁੰਦੀ ਗਈ ਅਤੇ ਉਸ ਦੇ ਸੈਨਿਕਾਂ ਦੀ ਗਿਣਤੀ 2 ਲੱਖ ਤੋਂ ਪਾਰ ਹੋ ਗਈ। ਬੰਗਾਲ ਤੋਂ ਨਿਕਲ ਕੇ ਕੰਪਨੀ ਨੇ ਬਾਕੀ ਹਿੱਸਿਆਂ ਤੇ ਵੀ ਆਪਣਾ ਦਬਦਬਾ ਕਾਇਮ ਕਰ ਲਿਆ। ਪੈਸੇ ਕਮਾਉਣ ਦੇ ਲਈ ਕੰਪਨੀ ਹਿੰਦੁਸਤਾਨ ਵਿੱਚ ਅਫੀਮ ਮੰਗਾਉਂਦੀ ਸੀ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਵਿੱਚ ਮਹਿੰਗੇ ਮੁੱਲ ਤੇ ਵੇਚਦੀ ਸੀ। ਸਮੇਂ ਦੇ ਨਾਲ-ਨਾਲ ਈਸਟ ਇੰਡੀਆ ਕੰਪਨੀ ਨੇ ਆਪਣੇ ਖੰਭ ਹੋਰ ਖਿਲਾਰੇ। ਇੱਕ ਤੋਂ ਬਾਅਦ ਇੱਕ ਰਿਆਸਤ ਅਤੇ ਰਜਵਾੜੇ ਇਸ ਦੇ ਉੱਪਰ ਨਿਰਭਰ ਹੁੰਦੇ ਗਏ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਇਸ ਕੰਪਨੀ ਦਾ ਹੱਥ ਇੰਨਾ ਮਜ਼ਬੂਤ ਹੋਇਆ ਕਿ ਕਈ ਸਲਤਨਤਾਂ ਤੇ ਇਸਨੇ ਕਬਜ਼ਾ ਕਰ ਲਿਆ ਅਤੇ ਉਹ ਸਮਾਂ ਵੀ ਆਇਆ ਜਦੋਂ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਰੁਕੀ ਨਹੀਂ ਅਤੇ 1849 ਵਿੱਚ ਸਿੱਖ ਸਾਮਰਾਜ ਨੂੰ ਸ਼ਿਕਸਤ ਦੇ ਕੇ तमाम ਪੱਛਮੀ ਇਲਾਕੇ ਤੇ ਕਾਬਜ਼ ਹੋ ਗਈ। ਮਤਲਬ ਖੈਬਰ ਦਰੇ ਤੋਂ ਲੈ ਕੇ ਬਰਮਾ ਅਤੇ ਹਿਮਾਲਿਆ ਦੀਆਂ ਬਰਫੀਲੀ ਚੋਟੀਆਂ ਤੱਕ ਇਸ ਦਾ ਰਾਜ ਹੋ ਗਿਆ। ਗੱਲ ਉਸੇ ਵਕਤ ਦੀ ਹੈ ਜਦੋਂ ਲਾਹੌਰ ਤੋਂ ਬੇਸ਼ਕੀਮਤੀ ਕੋਹਿਨੂਰ ਹੀਰਾ ਲੰਡਨ ਦੇ ਲਈ ਰਵਾਨਾ ਕਰ ਦਿੱਤਾ ਗਿਆ ਸੀ। ਸਮਾਂ 1857 ਦਾ ਵੀ ਆਇਆ ਜਦੋਂ ਇਸ ਕੰਪਨੀ ਦੇ ਖਿਲਾਫ ਉਸ ਦੇ ਹੀ ਸਿਪਾਹੀਆਂ ਨੇ ਬਗਾਵਤ ਕਰ ਦਿੱਤੀ। ਵੱਡੇ ਪੈਮਾਨੇ ਤੇ ਖੂਨ ਖਰਾਬਾ ਹੋਇਆ। ਉਸ ਜ਼ਮਾਨੇ ਵਿੱਚ ਅਖਬਾਰ ਵੀ ਛਪਣ ਲੱਗੇ। ਹਿੰਦੁਸਤਾਨ ਵਿੱਚ ਹੋ ਰਹੀਆਂ ਗੜਬੜੀਆਂ ਦੀ ਖਬਰ ਬਰਤਾਨੀਆ ਵੀ ਪਹੁੰਚਣ ਲੱਗੀ। ਆਖਿਰਕਾਰ ਉੱਥੇ ਦੀ ਸੰਸਦ ਨੂੰ ਜਨਤਾ ਦੇ ਦਬਾਅ ਵਿੱਚ ਝੁਕਣਾ ਪਿਆ ਅਤੇ ਇਸ ਕੰਪਨੀ ਦਾ ਰਾਸ਼ਟਰੀਕਰਨ ਕਰਨ ਦਾ ਫੈਸਲਾ ਕਰਨਾ ਪਿਆ ਅਤੇ ਹੁਣ ਭਾਰਤ ਸਿੱਧੇ ਤੌਰ ਤੇ ਬ੍ਰਿਟਿਸ਼ ਸਰਕਾਰ ਦੇ ਸ਼ਾਸਨ ਹੇਠ ਆ ਗਿਆ। ਆਖਿਰ ਪੌਣੇ 300 ਸਾਲ ਬਾਅਦ ਇਹ ਕੰਪਨੀ ਭੰਗ ਕਰ ਦਿੱਤੀ ਗਈ। ਹਿੰਦੁਸਤਾਨ ਵੱਲ ਦੁਨੀਆ ਦੇ ਨਜ਼ਰਾਂ ਇਸ ਲਈ ਵੀ ਲੱਗੀਆਂ ਰਹਿੰਦੀਆਂ ਸਨ ਕਿਉਂਕਿ ਇੱਥੇ ਦੀ ਜ਼ਮੀਨ ਜ਼ਰਖੇਜ਼ ਸੀ ਅਤੇ ਹਰ ਤਰ੍ਹਾਂ ਦੇ ਸਾਧਨਾਂ ਨਾਲ ਮਾਲਾਮਾਲ ਸੀ। ਲੋਕ ਮਿਹਨਤੀ ਤੇ ਹੁਨਰਮੰਦ ਸਨ। ਇੱਥੇ ਪੈਦਾ ਹੋਣ ਵਾਲੇ ਸੂਤੀ ਕੱਪੜੇ ਅਤੇ ਮਲਮਲ ਦੀ ਮੰਗ ਪੂਰੀ ਦੁਨੀਆ ਵਿੱਚ ਸੀ। ਹੋਰ ਇੱਕ ਗੱਲ, ਬਹੁਤ ਸਾਰੇ ਲੋਕਾਂ ਦਾ ਤਰਕ ਹੈ ਕਿ ਭਾਰਤ ਵਿੱਚ ਅੰਗਰੇਜ਼ ਨਾ ਆਉਂਦੇ ਤਾਂ ਸ਼ਾਇਦ ਅਸੀਂ ਰੇਲ ਨਹੀਂ ਦੇਖ ਪਾਉਂਦੇ। ਤਾਂ ਇਹ ਵੀ ਜਾਣ ਲਓ ਕਿ ਇੱਥੇ ਦੀ ਰੇਲਵੇ ਲਾਈਨ ਆਮ ਹਿੰਦੁਸਤਾਨੀ ਨੂੰ 9 ਤੋਂ 5 ਦੀ ਡਿਊਟੀ ਕਰਨ ਦੇ ਲਈ ਨਹੀਂ ਵਿਛਾਈ ਗਈ ਸੀ, ਬਲਕਿ ਇੱਥੇ ਦੇ ਮਾਲ ਨੂੰ ਟਰਾਂਸਪੋਰਟ ਕਰਨ ਦੇ ਲਈ ਇੱਕ ਢਾਂਚਾ ਵਿਕਸਿਤ ਕੀਤਾ ਗਿਆ ਸੀ। ਉਹਨਾਂ ਟ੍ਰੇਨਾਂ ਦੇ ਡਰਾਈਵਰ, ਅਫਸਰ ਅਤੇ ਹਾਈ ਕਲਾਸ ਵਿੱਚ ਯਾਤਰਾ ਕਰਨ ਵਾਲੇ ਗੋਰੇ ਸੀ ਜਾਂ ਅਮੀਰ ਵਰਗ ਸੀ, ਜਿਨ੍ਹਾਂ ਵਿੱਚ ਭਾਰਤੀ ਵੀ ਸੀ। ਆਮ ਨਾਗਰਿਕ ਦੇ ਨਾਲ ਜਾਨਵਰਾਂ ਵਰਗਾ ਸਲੂਕ ਹੁੰਦਾ ਸੀ। ਕਿਸਾਨਾਂ ਤੋਂ ਲੈ ਕੇ ਆਮ ਲੋਕਾਂ ਤੋਂ ਲਗਾਨ ਲਿਆ ਜਾਂਦਾ ਸੀ। ਹੁਣ ਗੱਲ ਆਉਂਦੀ ਹੈ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਦੌਰ ਦੀ। ਇਤਿਹਾਸਕਾਰ ਮੈਥਿਊ ਵਾਈਟ ਦੀ ਇੱਕ ਕਿਤਾਬ ਹੈ ਦ ਗ੍ਰੇਟ ਬੁੱਕ ਆਫ ਹੌਰੀਬਲ ਥਿੰਗਸ ਨਾਮ ਦੀ। ਇਸ ਵਿੱਚ ਉਹਨਾਂ ਨੇ ਇਤਿਹਾਸ ਦੀਆਂ 100 ਭਿਆਨਕ ਤਰਾਸਦੀਆਂ ਦੀ ਗੱਲ ਕੀਤੀ ਹੈ। ਇਸ ਕਿਤਾਬ ਵਿੱਚ ਇਤਿਹਾਸ ਦੀ ਚੌਥੀ ਭਿਆਨਕ ਤਰਾਸਦੀ ਵਿੱਚ ਬ੍ਰਿਟਿਸ਼ ਦੌਰ ਵਿੱਚ
ਭਾਰਤ ਵਿੱਚ ਆਉਣ ਵਾਲਾ ਅਕਾਲ ਵੀ ਹੈ। ਇਸ ਵਿੱਚ ਦੂਜੇ ਵਿਸ਼ਵ ਜੰਗ ਦੇ ਦੌਰਾਨ ਬੰਗਾਲ ਵਿੱਚ ਆਉਣ ਵਾਲੇ ਅਕਾਲ ਦੀ ਗੱਲ ਕੀਤੀ ਗਈ ਹੈ, ਜਿਸ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਲੱਖ ਤੋਂ 50 ਲੱਖ ਦੇ ਵਿਚਾਲੇ ਦੱਸੀ ਜਾਂਦੀ ਹੈ। ਭੁੱਖ ਦੇ ਕਾਰਨ ਲੋਕਾਂ ਦੇ ਸਰੀਰ ਦੀਆਂ ਹੱਡੀਆਂ ਗਿਣੀਆਂ ਜਾ ਸਕਦੀਆਂ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਭਾਰਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਉਪਜਾਊ ਇਲਾਕਿਆਂ ਵਿੱਚ ਹੁੰਦੀ ਸੀ ਤਾਂ ਇੰਨੇ ਲੋਕ ਭੁੱਖ ਕਾਰਨ ਕਿਉਂ ਮਰ ਗਏ? ਤਾਂ ਇਸ ਦਾ ਸਿੱਧਾ ਕਾਰਨ ਵਪਾਰਕ ਸ਼ੋਸ਼ਣ ਸੀ। ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਅਮਰਤਯ ਸੇਨ ਨੇ ਇਸ ਅਕਾਲ ਵਿੱਚ ਹੋਣ ਵਾਲੀ ਮੌਤਾਂ ਦੀ ਗਿਣਤੀ 1 ਕਰੋੜ ਤੱਕ ਦੱਸੀ ਹੈ। ਦੁਨੀਆ ਵਿੱਚ ਕਈ ਲੋਕ, ਇੱਥੇ ਤੱਕ ਕਿ ਭਾਰਤ ਵਿੱਚ ਵੀ ਲੋਕ ਬ੍ਰਿਟੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੂੰ ਕਮਾਲ ਦਾ ਸਿਆਸਤਦਾਨ ਕਹਿੰਦੇ ਨੇ, ਪਰ ਉਸੇ ਚਰਚਿਲ ਤੇ ਇਹ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਦੀਆਂ ਨੀਤੀਆਂ ਦੀ ਵਜ੍ਹਾ ਨਾਲ ਬੰਗਾਲ ਵਿੱਚ ਅਕਾਲ ਦੇ ਹਾਲਾਤ ਬਣੇ, ਕਿਉਂਕਿ ਉਸ ਸਮੇਂ ਵਰਲਡ ਵਾਰ 2 ਚੱਲ ਰਹੀ ਸੀ ਅਤੇ ਬ੍ਰਿਟੇਨ ਇਸ ਵਿੱਚ ਉਲਝਿਆ ਹੋਇਆ ਸੀ। ਇਸ ਲਈ ਬਫਰ ਸਟਾਕ ਤਿਆਰ ਕਰਨ ਦੇ ਲਈ ਸਾਰੀ ਸਪਲਾਈ ਡਾਇਵਰਟ ਕਰ ਦਿੱਤੀ ਗਈ। ਇਲਜ਼ਾਮ ਇਹ ਵੀ ਲੱਗਦੇ ਨੇ ਕਿ ਚਰਚਿਲ ਨੇ ਕਿਹਾ ਸੀ ਕਿ ਇੰਡੀਅਨਸ ਆਰ ਬਰੀਡਿੰਗ ਲਾਈਕ ਰੈਬਿਟ, ਮਤਲਬ ਚਰਚਿਲ ਨੂੰ ਲੱਗਦਾ ਸੀ ਕਿ ਅਕਾਲ ਦੀ ਸਥਿਤੀ ਇਸ ਲਈ ਵੀ ਬਣੀ ਕਿਉਂਕਿ ਭਾਰਤੀ ਬੇਤਹਾਸ਼ਾ ਬਿਨਾਂ ਸੋਚੇ ਸਮਝੇ ਬੱਚੇ ਪੈਦਾ ਕਰ ਰਹੇ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਇੰਨੀ ਹੀ ਭੁੱਖ ਮਰੀ ਹੈ ਤਾਂ ਮਹਾਤਮਾ ਗਾਂਧੀ ਹੁਣ ਤੱਕ ਜ਼ਿੰਦਾ ਕਿਉਂ ਹੈ? ਭਾਰਤ ਦੇ ਸੀਨੀਅਰ ਸਿਆਸਤਦਾਨ ਡਾਕਟਰ ਸ਼ਸ਼ੀ ਥਰੂਰ ਇਹ ਵੀ ਕਹਿੰਦੇ ਨੇ ਕਿ ਚਰਚਿਲ ਸਟਾਲਿਨ ਜਾਂ ਹਿਟਲਰ ਤੋਂ ਘੱਟ ਨਹੀਂ ਸੀ। ਹੁਣ ਗੱਲ ਆਉਂਦੀ 1947 ਦੇ ਵੰਡ ਦੇ ਸੰਤਾਪ ਦੀ। ਇੱਥੇ ਤੋਂ ਜਾਂਦੇ ਜਾਂਦੇ ਬ੍ਰਿਟੇਨ ਨੇ ਹਿੰਦੁਸਤਾਨ ਦੇ 2 ਟੁਕੜੇ ਕਰ ਦਿੱਤੇ। ਇੱਧਰ ਪੰਜਾਬ ਨੂੰ ਵੰਡ ਦਿੱਤਾ ਅਤੇ ਦੂਜੇ ਪਾਸੇ ਬੰਗਾਲ ਨੂੰ। ਭਾਰਤ ਅਤੇ ਪਾਕਿਸਤਾਨ 2 ਮੁਲਕ ਬਣ ਗਏ। ਬ੍ਰਿਟਿਸ਼ ਵਕੀਲ ਸਿਰਿਲ ਰੈਡਕਲਿਫ ਨੇ ਵੰਡ ਦੀ ਲਕੀਰ ਖਿੱਚ ਦਿੱਤੀ। ਵੱਡੀ ਗਿਣਤੀ ਵਿੱਚ ਮੁਸਲਮਾਨ ਪਾਕਿਸਤਾਨ ਗਏ ਅਤੇ ਦੂਜੇ ਪਾਸੇ ਹਿੰਦੂਆਂ ਅਤੇ ਸਿੱਖਾਂ ਦੀ ਹਿਜਰਤ ਹੋਈ। ਜਾਤ ਅਤੇ ਧਰਮ ਦੇ ਨਾਂ ਤੇ ਦੰਗੇ ਹੋਏ, 10 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ। ਕਰੋੜਾਂ ਲੋਕਾਂ ਦੀ ਜ਼ਿੰਦਗੀ ਹਮੇਸ਼ਾ ਦੇ ਲਈ ਬਦਲ ਗਈ। ਡਾਕਟਰ ਥਰੂਰ ਇੱਕ ਇੰਟਰਵਿਊ ਵਿੱਚ ਕਹਿੰਦੇ ਨੇ ਕਿ ਮੌਜੂਦਾ ਵਕਤ ਵਿੱਚ ਜੇਕਰ ਭਾਰਤ ਜਾਂ ਪਾਕਿਸਤਾਨ ਵਿੱਚ ਜਾਤ ਅਤੇ ਧਰਮ ਦੇ ਨਾਂ ਤੇ ਦੰਗੇ ਹੁੰਦੇ ਨੇ, ਲੋਕ ਲੜਦੇ ਨੇ, ਤਾਂ ਬ੍ਰਿਟਿਸ਼ ਹਕੂਮਤ ਵੀ ਕਿਤੇ ਨਾ ਕਿਤੇ ਇਸ ਦੇ ਲਈ ਜ਼ਿੰਮੇਵਾਰ ਹੈ। ਬਾਕੀ ਰਹੀ ਗੱਲ ਵੰਡ ਦੀ ਲਕੀਰ ਖਿੱਚ ਕੇ ਭਾਰਤ ਪਾਕਿਸਤਾਨ ਨੂੰ ਆਪੋ ਆਪਣੇ ਹਾਲ ਤੇ ਛੱਡਣ ਵਾਲਾ ਬ੍ਰਿਟੇਨ ਇੱਥੋਂ ਕੀ ਕੁਝ ਲੈ ਗਿਆ, ਇਸ ਵੀਡੀਓ ਨੂੰ ਤੁਸੀਂ ਦੁਬਾਰਾ ਦੇਖੋ, ਕੈਲਕੂਲੇਟਰ ਅਤੇ ਕਾਪੀ ਪੈਨ ਲੈ ਕੇ ਬੈਠੋ, ਹਿਸਾਬ ਕਿਤਾਬ ਕਰੋ। ਪੂਰਾ ਹਿਸਾਬ ਮਿਲ ਜਾਏ ਤਾਂ ਇਸ ਬ੍ਰਿਟਿਸ਼ ਐਂਕਰ ਨੂੰ ਵੀ ਦੱਸੋ ਅਤੇ ਸਾਨੂੰ ਵੀ। ਧੰਨਵਾਦ।